अस्सलाम वालेकुम। नज़र चौहान ਤੁਹਾਡੇ ਨਾਲ ਨਾਰਵੇ ਤੋਂ ਰਾਬਤੇ 'ਚ। ਇਸ ਵਕਤ ਮੈਂ ਇੱਕ ਕਿਤੇ ਪੀਕ ਹੈ ਜਿਹਦੇ ਤੋਂ ਮੈਂ ਵੀਲੌਗ ਕਰ ਰਿਹਾ। ਇਹ ਸੈਕੰਡ ਹਾਈਐਸਟ ਪੀਕ ਹੈ ਗਾਲਿਬਨ, ਜਿਹਦੀ 1800 ਮੀਟਰ 1835 40 ਮੀਟਰ ਉਚਾਈ 'ਤੇ ਹੈ। ਔਰ ਕਿਆ ਜ਼ਬਰਦਸਤ ਇੱਥੋਂ ਤੁਹਾਨੂੰ ਨਕਸ਼ਾ ਨਜ਼ਰ ਆ ਰਿਹਾ ਹੈ ਸਾਰਾ ਸੀਨ। ਔਰ ਇੱਥੇ 1000 ਮੀਟਰ ਤੱਕ ਤੇ ਗੱਡੀ ਦਾ ਰਸਤਾ, ਉਹ ਤੋਂ ਬਾਅਦ ਤੋਂ ਟ੍ਰੈਮ ਹੈ। ਔਰ ਟ੍ਰੈਮ ਦੇ ਜ਼ਰੀਏ ਅਸੀਂ ਫਿਰ ਜਿਹੜਾ ਹੈ ਬਾਕੀ ਸਫ਼ਰ ਕਰਦੇ ਹਾਂ। ਟ੍ਰੈਮ ਵੀ ਦੋ ਟਾਈਪ ਦੀ ਹੈ, ਇੱਕ ਕੈਪਸੂਲ ਟਾਈਪ ਹੈ ਜਿਹੜੀ ਬਿਲਕੁਲ ਟੌਪ 'ਤੇ ਜਾਂਦੀ ਹੈ ਔਰ ਬੜੀ ਸਟੀਪ ਹੈ, ਔਰ ਦੂਸਰੀ ਆਮ ਟ੍ਰੈਮ ਹੈ। ਤੇ ਇਹ ਜੀ ਸੂਰਤ ਹਾਲ। ਮੈਂ ਕਿਹਾ ਅੱਜ ਕੱਲ੍ਹ ਤੁਹਾਨੂੰ ਪੀਕਸ ਦਾ ਬੜਾ ਬੁਖਾਰ ਵੀ ਚੜ੍ਹਿਆ ਹੋਇਆ ਹੋਣਾ। ਉਹ ਡਾਕਟਰ ਸਾਹਿਬਾਂ ਦੀਆਂ ਵੀਡੀਓਜ਼ ਬੜੀਆਂ ਲੱਗਦੀਆਂ ਜਿਹਦੇ 'ਤੇ ਉਹਨਾਂ ਨੂੰ ਦਿਖਾਇਆ ਹੋਇਆ ਕਿ ਜੀ ਉਹ ਕਿਸ ਤਰ੍ਹਾਂ ਮਤਲਬ 6000 ਮੀਟਰ ਤੋਂ ਇਸ ਵਕਤ ਉਹਨਾਂ ਦੀ ਡੈਡ ਬੋਡੀ ਪਈ ਆ, ਅਜੇ ਤੱਕ ਰੈਸਕਿਊ ਨਹੀਂ ਕਰ ਦਿੱਤਾ ਗਿਆ। ਇੱਥੇ ਨਾਰਵੇ ਦੇ ਲੋਕਾਂ ਨੂੰ ਤੇ ਇਹਦਾ ਬਹੁਤ ਜ਼ਿਆਦਾ ਯੂਰਪ ਪੂਰੇ 'ਚ ਹੀ ਸਕੀਇੰਗ ਦਾ, ਪਹਾੜਾਂ ਦਾ। ਔਰ ਇੱਥੇ ਮੈਂ ਦੇਖ ਰਿਹਾ ਸੀ, ਤੁਸੀਂ ਪਿੱਛੇ ਬੱਚੇ ਦੀ ਰੋਣ ਦੀ ਆਵਾਜ਼ ਸੁਣ ਰਹੇ ਹੋ। ਛੋਟੇ ਬੱਚੇ ਜਿਹੜੇ ਹੈ ਉਹਨਾਂ ਨੂੰ ਲੋਕ ਲੈ ਕੇ ਆਏ ਹੋਏ ਆ, ਕੁਛੜ ਚੁੱਕਿਆ ਹੋਇਆ। ਔਰ ਇੱਥੇ ਮੈਂ ਜੈਕਟ ਲੈ ਲਈ ਸੀ ਲੇਕਿਨ ਜ਼ਰੂਰਤ ਨਹੀਂ ਮਹਿਸੂਸ ਹੋਈ। ਅੱਜ ਬੜਾ ਪਰਫੈਕਟ ਡੇ ਸੀ ਔਰ ਕਈ ਲੋਕ ਤਾਂ ਇੱਥੇ ਬਿਲਕੁਲ ਮੇਰੀ ਤਰ੍ਹਾਂ ਹੀ ਟੀ ਸ਼ਰਟ ਵਗੈਰਾ 'ਚ ਨੇ। ਚੜ੍ਹਾਈ ਕਾਫੀ ਜ਼ਿਆਦਾ ਹੈ। ਅੱਜ ਦਾ ਵੀਲੌਗ ਮੈਂ ਸੋਚਿਆ ਕਿ ਮੈਂ ਇਸ ਚੜ੍ਹਾਈ ਤੋਂ ਹੀ ਕਰਾਂ, ਤੁਹਾਡੇ ਨਾਲ ਗੱਲਬਾਤ, ਔਰ ਇੱਥੋਂ ਹੀ ਜ਼ਰਾ ਤੁਹਾਡੇ ਨਾਲ ਰਾਬਤੇ ਜਾਵਾਂ। ਅੱਜ ਤੁਸੀਂ ਖਬਰਾਂ 'ਤੇ ਸੁਣਨੀਆਂ ਹੀ ਹੋਣੀਆਂ ਕਿ ਮਨੀਰਾ ਮਿਸਤਰੀ ਸੂਰ ਟੱਲਾ ਜਿਹੜਾ ਆ ਉਹ ਵਾਪਸ ਆ ਗਿਆ ਆ ਜੀ। ਕੱਲ੍ਹ ਈਰਾਨ ਦਾ ਉਹੀ ਜਿਹੜੀ ਮੇਰੀ ਥਿੰਕਿੰਗ ਸੀ ਕਿ ਈਰਾਨ ਨਾਲੋਂ ਇਹ ਟੌਟੀ ਸ਼ੌਟੀ ਕਰਨ ਗਏ ਸੀ, ਉਹ ਅਮਰੀਕਾ ਵੱਲੋਂ ਸੌਰੀ, ਔਰ ਈਰਾਨ ਨੇ ਝੰਡੀ ਕਰਾਤੀ। ਠੀਕ ਹੈ ਜੀ। ਔਰ ਅਮਰੀਕਾ ਇਹਨਾਂ 'ਤੇ ਟਰਸਟ ਤਾਂ ਕਰਦਾ ਨਹੀਂ, ਲੇਕਿਨ ਇਹਨਾਂ ਬਾਂਦਰਾਂ ਜਿਹਾਂ ਨੂੰ ਕਿਉਂਕਿ ਆਪਣਾ ਇਕਤਦਾਰ ਬਚਾਉਣਾ ਆ, ਆਪਣੀ ਗੁੰਡਾਗਰਦੀ ਬਦਮਾਸ਼ੀ ਵਾਲੀ ਹੁਕੂਮਤ ਚਲਾਉਣੀ ਹੈ, ਇਹਨਾਂ ਨੂੰ ਬੜੀ ਪਈ ਰਹਿੰਦੀ ਹੈ ਕਿ ਜੀ ਅਸੀਂ ਅਮਰੀਕਾ ਦੀ ਕੋਈ ਖਿਦਮਤ ਕਰ ਦਈਏ। ਔਰ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਉਹ ਇਸਲਾਮਾਬਾਦ ਦਾ ਵੀ ਠੱਪ ਹੋਇਆ ਸੀ ਕਿ ਬੁਨਿਆਦੀ ਤੌਰ 'ਤੇ ਉਹਦੇ 'ਚ ਵੀ ਇਹ ਆਪਣਾ ਜਿਹੜਾ ਆ ਇਹਨਾਂ ਨੇ ਗਲਤ ਬਿਆਨੀ ਅਮਰੀਕਾ ਨੂੰ ਕੀਤੀ, ਗਲਤ ਬਿਆਨੀ ਈਰਾਨ ਨੂੰ ਕੀਤੀ। ਹਾਲਾਂਕਿ ਦੇਵਰ ਪੋਲਸ ਅਪਾਰਟ, ਕੋਈ ਢਲਣ ਮਿਲਣ ਦੀ ਜਗ੍ਹਾ ਨਹੀਂ ਸੀ। ਔਰ ਜਿਸ ਤਰ੍ਹਾਂ ਮੈਂ ਕੱਲ੍ਹ ਤੁਹਾਨੂੰ ਤਬਸਰਾ ਕੀਤਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਮਜ਼ੀਦ ਐਸਕਲੇਸ਼ਨ ਇਹ ਰੋਕ ਸਕਦੇ ਆ, ਉਹ ਵੀ ਬੜੀ ਮੁਸ਼ਕਿਲ ਹੈ। ਸਪੈਸ਼ਲੀ ਉਸ ਵਕਤ ਜਦੋਂ ਕਿ ਇੰਨੀ ਉਹ ਮਤਲਬ ਤਾਬੜ ਤੋੜ ਅਮਰੀਕਾ ਬੇਚੈਨੀ ਦੇ ਨਾਲ ਸੈਂਕਸ਼ਨਸ ਲਾ ਰਿਹਾ ਔਰ ਕੀ ਕੁਛ ਕਰ ਰਿਹਾ, ਅਤੇ ਉੱਥੇ ਕਿੱਥੋਂ ਆਪਣਾ ਇਸ ਤਰ੍ਹਾਂ ਦਾ ਕੰਮ ਕਰ ਸਕਣਗੇ। ਅਤੇ ਬਾਕੀ ਸ਼ਾਮ ਨੂੰ ਇਹਨਾਂ ਦੀ ਇਸੇ ਸਿਲਸਿਲੇ 'ਚ ਵਾਪਸੀ ਹੋ ਗਈ। MOU ਐਕਚੁਅਲੀ ਬਾਹਰ ਹੋਇਆ ਸੀ ਇਸੇ ਲਈ ਕਿ ਅਮਲ ਦਰਾਮਦ ਉਹਨਾਂ ਦਾ ਜਿਹੜਾ ਆ ਉਹ ਪਾਕਿਸਤਾਨ ਦਾ ਕੋਈ ਐਡਾ ਜ਼ਿਆਦਾ ਨਾ ਰਹੇ, ਕੋਈ ਉਹਨੂੰ ਥੋੜ੍ਹੀ ਜਿਹੀ ਇੰਟਰਨੈਸ਼ਨਲ ਸਾਖ ਦਿੱਤੀ ਜਾਏ। ਪਾਕਿਸਤਾਨ ਦੀ ਤਾਂ ਇਹਨਾਂ ਬਿਜੂਆਂ ਜਿਹਾ ਹਰਾਮਜ਼ਾਦਿਆਂ ਦੀ ਤਾਂ ਕੋਈ ਦਲੀਆਂ ਦੀ ਵੈਲਿਊ ਹੀ ਨਹੀਂ ਨਾ। ਇਹ ਤਾਂ ਕੁੱਤੇ ਐਵੇਂ ਮੁਫਤੇ 'ਚ ਲੱਗੇ ਰਹਿੰਦੇ ਹੈ। ਠੀਕ ਹੈ ਜੀ। ਪਾਕਿਸਤਾਨ ਦੀ ਸਿਆਸਤ 'ਚ ਮੈਨੂੰ ਲੱਗਣ ਦੀ ਹੈ ਕਿ ਇਹ ਜਿਹੜਾ ਪਾਸਾ ਆ ਇਹ ਇਮਰਾਨ ਖਾਨ ਦੀ ਤਰਫ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਸੂਬਿਆਂ ਦੇ ਚੱਕਰ। ਮੈਨੂੰ ਲੱਗਦੀ ਹੈ ਮੋਹਸਿਨ ਨਕਵੀ ਦਾ ਜਿਹੜਾ ਆ ਹਰਾਮਜ਼ਾਦੇ ਦਾ ਕੋਈ ਸੈਟਲਮੈਂਟ ਹੈ ਸੁਹੇਲ ਅਫਰੀਦੀ ਵਗੈਰਾ ਔਰ ਇਮਰਾਨ ਖਾਨ ਦੀਆਂ ਪੈਰਾਂ ਦੇ ਨਾਲ ਕਿ ਜੀ ਅਸੀਂ ਤੁਹਾਨੂੰ ਲੈ ਆਵਾਂਗੇ ਔਰ ਸੂਬਿਆਂ ਦਾ, ਕਿਉਂਕਿ ਜ਼ਰਦਾਰੀ ਤਾਂ ਕਦੀ ਵੀ ਨਹੀਂ ਮੰਨੇਗਾ ਔਰ ਆਲਮੋਸਟ ਤਿਆਰ ਹੋ ਗਿਆ ਸਦਾਰਤ ਉਤਰਨ ਲਈ। ਇਸੇ ਤਰ੍ਹਾਂ ਪੀਪਲ ਪਾਰਟੀ ਵੀ ਜਿਹੜੀ ਇਸੇ ਤਰ੍ਹਾਂ ਨਵਾਜ਼ ਲੀਗ ਦਾ ਜਿਹੜਾ ਉਹ ਵੀ ਸਮਝ ਲਓ ਤੁਸੀਂ ਬਿਲਕੁਲ ਖਾਤਮਾ ਹੋ ਗਿਆ ਹੋਇਆ ਹੈ ਜੀ। ਨਵਾਜ਼ ਲੀਗ ਦੇ ਪੱਲੇ ਵੀ ਬਿਲਕੁਲ ਹੁਣ ਕੁਛ ਨਹੀਂ ਰਿਹਾ ਔਰ ਟੁਕੜੇ ਹੋ ਜਾਣਗੇ ਪੰਜਾਬ ਦੇ। ਉਹ ਫਿਰ ਵੀ ਕੋਈ ਥੋੜ੍ਹਾ ਜਿਹਾ ਡੋਮਿਸਾਈਲ ਦਿੰਦਾ ਹਿੱਸਾ ਨਕਵੀ ਗੱਲ ਕਹਿ ਰਿਹਾ ਸੀ ਬਦਲ ਕੇ
ਕੰਮ ਸ਼ਾਮ ਆਪਣਾ ਚਲਾਉਂਦੇ ਰਹਿਣਗੇ, ਲੇਕਿਨ ਪੀਪਲ ਪਾਰਟੀ ਲਈ ਤਾਂ ਬਹੁਤ ਹੀ ਮੁਸ਼ਕਲ ਹੋਇਆ। ਮੁਫਤ ਕਿੰਨੀ ਦੇਰ ਚੱਲਣੇ ਸੀ ਇਹਨਾਂ ਹਰਾਮਜ਼ਾਦਿਆਂ ਨੇ। 88 ਤੋਂ ਸ਼ੁਰੂ ਹੋਏ ਮੁਫਤ ਇਹਨਾਂ ਦੇ ਲੱਗੇ ਨੇ, ਬਲਕਿ ਪਹਿਲਾਂ ਵੀ ਜ਼ਿਆ ਨੇ ਵੀ ਇਹਨਾਂ ਦੇ ਬੰਦੇ ਬਾਏ ਆਊਟ ਕਰਕੇ ਪੀਪਲ ਪਾਰਟੀ ਦੇ ਔਰ ਇਹ ਲੱਗੇ ਰਹੇ। ਇਹਨਾਂ ਦਾ ਦਾਤ ਦੱਪਾ ਤੇ 50 ਸਾਲ ਤੋਂ ਚੱਲ ਰਿਹਾ। 50 ਸਾਲ ਤੋਂ ਹੀ ਹਰਾਮਜ਼ਾਦੇ ਉਹਦਾ ਕਾਂਡੇ ਛਾੜੇ ਦਾ ਦਾ ਲੱਗਾ ਹੋਇਆ ਹਰਾਮਜ਼ਾਦਿਆਂ ਦਾ। ਇਹ ਦੋਨਾਂ ਖਾਨਦਾਨਾਂ ਤੋਂ शायद जान छुट जाए अगर कोई थोड़ा बहुत भी सेटलमेंट हो जाए। और लेकिन 26-27 अमेंडमेंट्स ਜਿਹੜੀਆਂ ਹੋ ਗਈਆਂ ਜਿਨ੍ਹਾਂ ਨੇ ਜੁਡੀਸ਼ਰੀ ਬਿਲਕੁਲ ਤਬਾਹ ਕਰ ਦਿੱਤੀ, ਜਿਹਦੀ ਵਜ੍ਹਾ ਨਾਲ ਮਨੀਰੇ ਮਿਸਤਰੀ ਸੂਰ ਕੋਲ ਬਹੁਤ ਸਾਰੇ ਇਖਤਿਆਰਾਤ ਆ ਗਏ। ਅਤੇ ਮੈਨੂੰ ਤਾਂ ਬਹੁਤ ਮੁਸ਼ਕਿਲ ਲੱਗਣ ਦੀ ਹੈ ਕਿ ਮਤਲਬ ਕਿਸ ਤਰ੍ਹਾਂ ਇਮਰਾਨ ਖਾਨ ਲਈ ਹੁਕੂਮਤ ਕਰਨਾ ਬਹੁਤ ਮੁਸ਼ਕਿਲ ਹੋਏਗਾ, ਅਨਲੈਸ ਕਿ ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਕਿ ਇਨਕਲਾਬ ਆਏ। ਕੋਈ ਇਹਨਾਂ ਫੌਜੀਆਂ ਨੂੰ ਕੱਲ੍ਹ ਹੀ ਉਹ ਕਰਨਲ ਕੁੱਤੇ ਨੂੰ ਮਾਰ ਦਿੰਦੇ ਨਾ, ਹਰਾਮਜ਼ਾਦੇ ਨੂੰ ਮਰ ਜਾਂਦਾ ਦੱਲਾ, ਅਤੇ ਫਿਰ ਬਹੁਤ ਅੱਛਾ ਹੋਣਾ ਸੀ। ਭਈ ਤੂੰ ਉੱਥੇ ਕੀ ਕਰਨ ਗਿਆ, ਤੂੰ ਮਾਮਾ ਲੱਗਦਾ ਹੈ ਜੀ। ਉਹ ਔਰ ਅਜੇ ਵੀ ਕਈ ਪਾਕਿਸਤਾਨੀ ਹਰਾਮਜ਼ਾਦੇ ਦੱਲੇ ਕਈ ਉਹਦੀ ਅਜੇ ਵੀ ਸਪੋਰਟ ਕਰ ਰਹੇ ਹਨ ਕਿ ਜੀ ਬਹੁਤ ਅੱਛਾ ਕੀਤਾ। ਉਹ ਲੋਕ ਆਪਣੀ ਬੇਗਮ ਦੀ ਖਾਤਰ, ਤੂੰ ਬੇਗਮ ਦੀ ਖਾਤਰ ਤੂੰ ਵਰਦੀ ਲਾਉਣੀਆਂ ਜਿਹਾ ਔਰ ਪਿਸਤੌਲ ਚਲਾਉਂਦਾ ਫਿਰਦਾ। ਉੱਤੇ ਪਹਿਲਾਂ ਬਾਕੀ ਲੋਕ ਇਸ ਤਰ੍ਹਾਂ ਕਰਦੇ ਆ, ਉਹ ਬੇਗਮਾਂ ਬੰਦਿਆਂ ਨੂੰ ਬੁਲਾਉਂਦੀਆਂ ਅਗਰ ਕੋਈ ਇਹਨਾਂ ਦੇ ਇਸ਼ੂਜ਼ ਹੁੰਦੇ। ਇੱਥੇ ਕਾਲਜਾਂ ਯੂਨੀਵਰਸਿਟੀਆਂ 'ਚ ਰੇਪ ਹੁੰਦੇ ਫਿਰ ਰਹੇ ਹੈ ਜੀ, ਟੀਚਰਾਂ ਦੇ, ਸਟੂਡੈਂਟਸ ਦੇ ਔਰ ਇਹਨਾਂ ਸਭ ਬਦਮਾਸ਼ੀਆਂ ਦੇ। ਉੱਥੇ ਤਾਂ ਕੋਈ ਕਿਸੇ ਨੂੰ ਕੋਈ ਤਕਲੀਫ ਨਹੀਂ ਉੱਠ ਰਹੀ। ਹਰਾਮਜ਼ਾਦੇ ਨੇ ਇਹਨਾਂ ਦੇ। ਮੈਂ ਅੱਜ ਆਪਣੇ ਹੋਸਟ ਨਾਲ ਆਉਂਦੇ ਹੋਏ ਇੱਥੇ ਟਰੈਵਲ ਟਾਈਮ ਸੀ, ਗੱਲ ਕਰ ਰਿਹਾ ਸੀ ਕਿ ਯਾਰ ਇਹਨਾਂ ਦੀ ਕੋਈ ਮਤਲਬ ਕੋਈ ਤੇਲੇ ਦੀ ਪਰਫਾਰਮੈਂਸ ਨਹੀਂ। 78 ਸਾਲ ਅਰਬਾਂ ਖਰਬਾਂ ਖਾ ਗਏ, ਬਿਲੀਅਨਸ ਆਫ ਡਾਲਰਸ ਖਾ ਗਏ। ਕੋਈ ਇੱਕ ਤੇਲੇ ਦੀ ਕਹੋ ਜੀ ਤਾਲੀਮ ਦੇ ਸੈਕਟਰ ਜਿਨ੍ਹਾਂ ਨੇ ਕੁਛ ਕਰ ਦਿੱਤਾ, ਕੋਈ ਫਲੱਡ ਐਮਰਜੈਂਸੀਜ਼ ਜਿਨ੍ਹਾਂ ਨੇ ਕੁਛ ਕਰ ਦਿੱਤਾ, ਕੋਈ ਜੀ ਪਤਾ ਨਹੀਂ ਪਾਕਿਸਤਾਨ ਲਈ ਇਹਨਾਂ ਨੇ ਕੀ, ਕੋਈ ਐਟਮ ਬੰਬ ਇਹਨਾਂ ਨੇ ਬਣਾ ਲਿਆ, ਠੀਕ ਹੈ ਨਾ ਜੀ, ਕੋਈ ਜੰਗ ਇਹਨਾਂ ਨੇ ਜਿੱਤ ਲਈ। ਬਿਲਕੁਲ ਕਿਸੇ ਕਿਸਮ ਦਾ ਇਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਸਿਵਾਏ ਗਵਾਨ ਦੇ। ਈਸਟ ਪਾਕਿਸਤਾਨ ਇਹਨਾਂ ਨੇ ਗਵਾਤਾ, ਸਿਆਚਿਨ ਇਹਨਾਂ ਨੇ ਗਵਾਤਾ, ਠੀਕ ਹੈ ਜੀ। ਔਰ ਉਹ ਤੋਂ ਬਾਅਦ ਤੁਸੀਂ ਦੇਖੋ ਮੁਸ਼ਰਫ ਨੇ ਵੀ ਜਿਹੜਾ ਪੰਗਾ ਲਿਆ ਸੀ ਕਾਰਗਿਲ ਦਾ, ਉਹ ਵੀ ਇਹਨਾਂ ਨੂੰ ਮੂੰਹ ਦੀ ਕਹਾਣੀ ਪਈ। ਇੰਡੀਆ ਨੇ ਤੁਹਾਡਾ ਪਾਣੀ ਬੰਦ ਕੀਤਾ ਹੈ। ਇੰਡੀਆ ਤੋਂ ਇਹ ਹਰਾਮਜ਼ਾਦੇ ਪਾਣੀ ਨਹੀਂ ਡੱਲੇ ਖਲਵਾ ਸਕਦੇ, ਗੱਲਾਂ ਕਰਦੇ ਨੇ ਕੁੱਤੇ ਦੇ ਬੱਚੇ। ਔਰ ਕਸ਼ਮੀਰ ਦਾ ਇਹਨਾਂ ਨੇ ਸੈਟਲਮੈਂਟ ਕਰ ਲਿਆ। ਇੰਡੀਆ ਨੂੰ ਕਿਹਾ ਜੀ ਕਿ ਅੱਧਾ ਠੀਕ ਹੈ ਤੁਸੀਂ ਲੈ ਲਓ, ਅੱਧੇ ਵਾਲੇ ਹਿੱਸੇ 'ਚ ਅਸੀਂ ਆ ਕੇ ਹੀਰੋ ਬਣ ਜਾਂਦੇ ਆ, ਠੀਕ ਹੈ ਨਾ ਜੀ। ਬਦਮਾਸ਼ੀ ਗੁੰਡਾਗਰਦੀ ਕਿਸ ਤਰ੍ਹਾਂ ਇਹਨਾਂ ਨੇ ਕਸ਼ਮੀਰ ਸ਼ੁਰੂ ਕਰ ਦਿੱਤੀ ਹੈ ਔਰ ਹਰ ਜਗ੍ਹਾ ਹਰਾਮ ਸਦਕੀ ਇਹਨਾਂ ਦੀ ਚੱਲ ਰਹੀ ਹੈ। ਇਹਨਾਂ ਦੇ ਨਾਲ ਮੈਨੂੰ ਨਹੀਂ ਸਮਝ ਆਉਂਦੀ ਕਿ ਇਮਰਾਨ ਖਾਨ ਦਾ ਅਗਰ ਸੈਟਲਮੈਂਟ ਵੀ ਹੁੰਦਾ ਆ ਕਿਸ ਤਰ੍ਹਾਂ ਇਹਨਾਂ ਤੋਂ ਜਾਨ ਛੁੱਟ ਸਕੇਗੀ। ਜਾਂ ਤਾਂ ਫਿਰ ਇਮਰਾਨ ਖਾਨ ਫਿਰ ਉਹੀ ਨਾਰਾ ਲਾਏਗਾ ਮੇਰਾ ਪਾਕਿਸਤਾਨ, ਮੇਰੀ ਟੂਈ, ਮੇਰੀ ਫੌਜ, ਔਰ ਫਿਰ ਸਾਨੂੰ ਸਭ ਨੂੰ ਮਰਵਾ ਦੇਗਾ। ਮਤਲਬ ਫਿਰ ਉੱਥੇ ਅਸੀਂ ਬੈਕ ਟੂ ਸਕੁਏਅਰ ਵਨ ਚਲੇ ਜਾਵਾਂਗੇ ਕਿ ਜੀ ਉਹ ਚਲੋ ਜੀ ਗਾਂਡੇ ਸ਼ਾਂਡੇ ਸਰਦਾਰੀ ਤੋਂ ਜਾਨ ਛੁੱਟ ਕੇ। ਵੈਸੇ ਇਹਨਾਂ ਦੇ ਨਾਲ ਤਾਂ ਬਹੁਤ ਬੁਰਾ ਹਾਲ ਹੋਣਾ ਹੈ। ਕੁਦਰਤ ਦਾ ਨਿਜ਼ਾਮ ਹੈ, ਕੁਦਰਤ ਆਪਣਾ ਬਦਲਾ ਲੈਂਦੀ ਹੈ। ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜਾ ਹੈ ਹਮੇਸ਼ਾ ਲਈ ਇਹ ਚੱਲਦੇ ਰਹੋ ਔਰ ਹਮੇਸ਼ਾ ਲਈ ਤੁਹਾਡਾ ਦਾਅ ਧੱਪਾ ਜਿਹਾ ਲੱਗਾ ਰਹੇ। ਇਹ ਸਵਾਲ ਹੀ ਕੁਦਰਤ ਜਿੰਦਾ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਤੁਹਾਨੂੰ ਮਤਲਬ ਕਿਸੇ ਨਾ ਕਿਸੇ ਵਕਤ ਆ ਕੇ ਯੂ ਆਰ ਪਿਚਡ ਅਗੇਂਸਟ ਕੁਦਰਤ। ਔਰ ਇਹ ਸਾਈਕਲ ਹੈ। ਮਤਲਬ ਮੇਰੇ ਖਿਆਲ ਦੇ ਮੁਤਾਬਕ ਇਹਨਾਂ ਦਾ ਸਰਕਲ ਪੂਰਾ ਹੋ ਰਿਹਾ ਹੈ ਬਦਮਾਸ਼ੀ ਦਾ, ਗੁੰਡਾਗਰਦੀ ਦਾ ਔਰ ਇਹ ਤਬਾਹੀ ਔਰ ਬਰਬਾਦੀ ਦਾ ਜਿਹੜਾ ਸਾਈਕਲ ਹੈ। ਪਾਕਿਸਤਾਨੀ ਯੈਸ ਮੈਂ ਇਹਨਾਂ ਨੂੰ ਵੀ ਇਕੁਅਲੀ ਇਨਵੋਲਵ ਸਮਝਦਾ, ਇਹ ਸਜ਼ਾ ਦਾ ਹਿੱਸਾ ਨੇ। ਔਰ ਪਾਕਿਸਤਾਨ ਕਿਸ ਤਰ੍ਹਾਂ ਠੀਕ ਹੋ ਸਕਦਾ ਸਿਵਾਏ ਡੰਡੇ ਦੇ, ਰੈਗੂਲੇਸ਼ਨਸ ਦੇ, ਸਿਵਾਏ ਸਖਤੀਆਂ ਦੇ। ਇਹਦਾ ਮੁਲਕ ਤਾਂ ਠੀਕ ਹੋਣਾ ਬਹੁਤ ਮੁਸ਼ਕਿਲ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਜੁਡੀਸ਼ਲ ਸਿਸਟਮ ਬਿਲਕੁਲ ਖਤਮ ਕਰ ਦਿੱਤਾ ਹੋਇਆ, ਗੁੰਡਾਗਰਦੀ, ਬਦਮਾਸ਼ੀ ਹਰ ਜਗ੍ਹਾ ਫੈਲੀ ਹੋਈ ਹੈ, ਚੋਰੀ ਚਕਾਰੀ, ਫਰਾਡ, ਰਿਸ਼ਵਤ ਸਤਾਨੀ, ਬਿਊਰੋਕਰੇਸੀ ਤੋਂ ਜਾਨ ਛਡਾਉਣੀ ਹੋਏਗੀ। ਜਿਸ ਤਰ੍ਹਾਂ ਇੱਥੇ ਬੜਾ ਜਦੋਂ ਟਰੰਪ ਆ ਰਿਹਾ ਸੀ ਅਤੇ ਉਹ ਜਿਹੜਾ ਇੱਕ ਪ੍ਰੈਜ਼ੀਡੈਂਟ ਲਈ ਕੈਂਡੀਡੇਟ ਸੀ, ਉਹ ਮੈਂ ਉਹਦਾ ਨਾਮ ਰਾਮਾਸਵਾਮੀ ਕਿਸ ਤਰ੍ਹਾਂ ਕਹਿੰਦਾ ਸੀ ਬਿਊਰੋਕਰੇਸੀ ਨੂੰ ਖਤਮ ਕਰਨਾ। ਫਿਰ ਜਦੋਂ ਟਰੰਪ ਆਏ ਹੀ ਅਤੇ ਕਿਸ ਤਰ੍ਹਾਂ ਉਹਨੇ ਰਾਮਾਸਵਾਮੀ ਔਰ ਐਲੋਨ ਮਸਕ ਨੂੰ ਕਿਹਾ, ਇਹਨਾਂ ਦਾ ਕਾਫੀ ਸਾਰੇ ਬਿਊਰੋਕਰੈਟਸ ਦੀ ਛੁੱਟੀ ਕਰਾਈ, ਪੁੱਛਿਆ ਕਿ ਇਹ ਤੁਸੀਂ ਦੱਸੋ ਯਾਰ ਤੁਸੀਂ ਇਹ ਪਿਛਲੇ 10 ਸਾਲ 'ਚ ਕੀ ਕੀਤਾ ਆ,
ਕੀ ਪ੍ਰੋਡਕਟਿਵਿਟੀ ਰਹੀ ਤੁਹਾਡੀ, ਕੀ ਫਾਇਦਾ ਰਿਹਾ ਔਰ ਕਿਉਂ ਤੁਹਾਨੂੰ ਰੱਖਿਆ ਜਾਏ, ਕਿਉਂ ਤੁਹਾਨੂੰ ਰਹਿਣ ਦਿੱਤਾ ਜਾਏ। ਇਹਨਾਂ ਦਾ ਤਾਂ ਕੋਈ ਪਰਫਾਰਮੈਂਸ ਆਡਿਟ ਹੀ ਨਹੀਂ ਹੁੰਦਾ ਇਹਨਾਂ ਬਿਊਰੋਕਰੈਟਸ ਦਾ। ਅਕਾਊਂਟੇਬਿਲਿਟੀ ਇੱਕ ਤਰਫ, ਪਰਫਾਰਮੈਂਸ ਆਡਿਟ ਵੀ ਨਹੀਂ ਹੁੰਦਾ। ਲਿਹਾਜ਼ਾ ਬਹੁਤ ਸਾਰਾ ਕੰਮ ਖਰਾਬ ਹੋਇਆ ਵਾ, ਸਿਰਫ ਲੀਡਰਾਂ ਦੀ ਹੱਦ ਤੱਕ ਨਹੀਂ। ਯੈਸ, ਮੈਂ ਇਹ ਗੱਲ ਮੰਨਦਾ ਕਿ ਲੀਡਰ ਅਗਰ ਹੁਕਮਰਾਨ ਹੀ ਚਲਾਉਣ ਵਾਲਾ, ਮੈਂ ਕਹਿੰਦਾ ਅਗਰ ਇੱਕ ਡਿਕਟੇਟਰ ਹੀ ਠੀਕ ਆ ਜਾਏ ਕਿ ਮੇਰੇ ਵਰਗਾ ਡੰਡਾ ਸੁੱਟਾ ਮਾਰੇ, ਇਹਨਾਂ ਨੂੰ ਖੋਪੜੀਆਂ ਦੇ ਮੀਨਾਰ ਤੈਮੂਰ ਦੀ ਤਰ੍ਹਾਂ ਬਣਾਏ, ਯੈਸ ਦੇਰ ਇਜ਼ ਅ ਚਾਂਸ ਕਿ ਇਹਦੇ ਤੋਂ ਕੋਈ ਇਨਸਾਨ ਬਣ ਸਕਣ, ਕਿਉਂਕਿ ਇਹ ਹੁਣ ਡੰਡੇ ਦੀ ਜ਼ੁਬਾਨ ਸਮਝਣਗੇ। ਹੁਣ ਇਹ ਡੰਡੇ, ਬਦਮਾਸ਼ੀ, ਗੁੰਡਾਗਰਦੀ ਉਹਦੇ ਬਗੈਰ ਇਹ ਬਿਲਕੁਲ ਨਹੀਂ ਸੁਧਰਨਗੇ। ਇਹਨਾਂ ਦਾ ਕੋਈ ਸੁਥਰਾਈ ਦਾ ਇਰਾਦਾ ਨਹੀਂ ਹੈ, ਨਾ ਇਹ ਖੜੇ ਹੋਣ ਲਈ ਤਿਆਰ ਹੈ। ਠੀਕ ਹੈ ਨਾ। ਇਹ ਵੀ ਇੱਕ ਇੰਸੀਡੈਂਟ ਜਿਹੜਾ ਕਾਲਜ ਵਾਲਾ ਬੜਾ ਕੋਟ ਕੀਤਾ ਜਾਂਦਾ, ਇਹ ਵੀ ਇੱਕ ਆਊਟ ਆਫ ਦਾ ਬਲੂ ਹੋਇਆ ਕਿ ਉਹਨੇ ਆਪਣਾ ਜਿਹੜਾ ਆ ਮਤਲਬ ਪਰ ਫੋਰਸ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਸੀ। ਉਹ ਕਿਹਾ ਜਾਂਦਾ ਕਿ ਹੈਡ ਆਫ ਦੀ ਡਿਪਾਰਟਮੈਂਟ ਵਾਲਾ ਇਸ਼ੂ ਤੇ ਸੌਟ ਆਊਟ ਹੋ ਗਿਆ ਸੀ ਔਰ ਉਹ ਇਹਨਾਂ ਨੇ ਆਪਣੀ ਦਰਖਾਸਤ ਵੀ ਵਾਪਸ ਲੈ ਲਈ ਹੋਈ ਸੀ। ਲੇਕਿਨ ਇਹ ਕੋਈ ਨਵਾਂ ਇਸ਼ੂ ਨਰਸਾਂ ਦਾ ਸੀ ਜਿਹਦੇ ਤੋਂ ਇਸ਼ੂ ਕ੍ਰੌਪ ਅਪ ਹੋਇਆ। ਮਹਿੰਗਾਈ ਇੰਨੀ ਜ਼ਿਆਦਾ ਹੈ, ਤੇਲ ਜਦੋਂ ਦਿਲ ਕਰਦਾ ਹੈ ਪੈਟਰੋਲ ਵਧਾਉਂਦੇ ਹੈ। ਤੁਹਾਡੀ ਕਿਰਦਾਰ, ਤੁਹਾਡੀ ਨੀਅਤਾਂ, ਤੁਹਾਡੀ ਜਿਹੜੀਆਂ ਬੇਹੂਦਗੀਆਂ, ਤੁਹਾਡੀ ਇਮੋਰੈਲਿਟੀਜ਼, ਵਾਹਿਯਾਤੀਆਂ ਤੁਹਾਡੇ ਸਾਹਮਣੇ ਹੁਣ ਆ ਰਹੀਆਂ। ਔਰ ਇੱਥੇ ਮੈਂ ਦੇਖਦਾ ਕਿਸ ਤਰ੍ਹਾਂ ਲੋਕ ਇੱਥੇ ਬੱਚਿਆਂ ਨੂੰ, ਕੁੱਤਿਆਂ ਨੂੰ ਕਿਸ ਤਰ੍ਹਾਂ ਸੈਰੋ ਸਿਆਹਤ ਕਰ ਰਹੇ ਨੇ, ਕਿਸ ਤਰ੍ਹਾਂ ਲਾਈਫ ਨੂੰ ਇੰਜੋਏ ਕਰ ਰਹੇ ਨੇ, ਕਿਸ ਤਰ੍ਹਾਂ ਨੈਚੁਰਲ ਲਾਈਫ ਨੂੰ ਪ੍ਰੀਜ਼ਰਵ ਕਰ ਰਹੇ ਨੇ, ਨੇਚਰ ਨੂੰ। ਔਰ ਕਿੰਨੀਆਂ ਸਾਰੀਆਂ ਇੱਥੇ ਪਾਬੰਦੀਆਂ ਲੱਗੀਆਂ ਹੋਈਆਂ। ਅਗਰ ਕੋਈ ਮਤਲਬ ਇਨਵਾਇਰਮੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ, ਦਰਖਤ ਨਹੀਂ ਡਿੱਗਣ ਦਿੰਦੇ। ਟਿੰਬਰ ਮਾਫੀਆ ਨੇ ਕਿਸ ਤਰ੍ਹਾਂ ਪਾਕਿਸਤਾਨ ਨੂੰ ਲੁੱਟਿਆ, ਪਾਕਿਸਤਾਨ ਨੂੰ ਖ਼ਤਮ ਕੀਤਾ। ਇੱਕ ਮਾਫੀਆ ਹੈ ਜਿਹੜਾ ਪਾਕਿਸਤਾਨ 'ਚ ਰਿਹਾ। ਇਸੇ ਤਰ੍ਹਾਂ ਮਤਲਬ ਡਰੱਗਸ ਦੀ ਦੇਖੋ ਜੀ, ਅਫਗਾਨਿਸਤਾਨ ਤੁਸੀਂ ਤਾਲਿਬਾਨ ਦੀ ਮੀਮਾਂ, ਬੁੱਢੀਆਂ ਜ਼ਨਾਨੀਆਂ, ਹਰਾਮਜ਼ਾਦੀਆਂ, ਲਿਬਰਲ ਆਂਟੀਆਂ ਹੈ ਬੜਾ ਜੀ ਜੋ ਲੜਕੀਆਂ ਨੂੰ ਨਹੀਂ ਇਹ ਹੈ ਉਹ ਹੈ, ਉਹਨਾਂ ਦੀ ਤਾਰੀਫ ਨਹੀਂ ਕਰਦੇ ਹੈ ਕੁੱਤੇ ਕੇ। ਉਹਨਾਂ ਨੇ ਡਰੱਗਸ ਦੇ ਖਿਲਾਫ ਇੰਨੀ ਪਾਬੰਦੀ ਹੈ ਕਿ ਪੋਪੀ ਗਰੋਥ ਜਿੱਥੋਂ ਬੜੀ ਕਮਾਈ ਕਰ ਸਕਦੇ ਹੈ। ਠੀਕ ਹੈ ਜੀ, ਜੇ ਤੂੰ ਬਹੁਤ ਜ਼ਿਆਦਾ ਅਫਗਾਨਿਸਤਾਨ ਕਮਾਈ ਕਰ ਸਕਦਾ। ਉਹਨਾਂ ਨੇ ਕਿਹਾ ਨੋ ਬਿਲਕੁਲ ਨਹੀਂ, ਇਹ ਗਲਤ ਹੈ। ਉਹਨਾਂ ਦਾ ਜਸਟਿਸ ਸਿਸਟਮ ਮਤਲਬ ਉਹ ਇੰਨਾ ਅੱਛਾ ਆ ਉਹਨਾਂ ਦੇ ਜਿਹੜੇ ਕਾਜ਼ੀ ਹੈ, ਉਹਨਾਂ ਦਾ ਜਿਹੜਾ ਨਿਜ਼ਾਮ ਹੈ। ਮਜਾਲ ਹੈ ਕੋਈ ਚੋਰੀ ਕਰੇ। ਮੈਨੂੰ ਕੋਈ ਬੰਦਾ ਦੱਸ ਰਿਹਾ ਸੀ ਕਿ ਕੰਧਾਰ ਵਗੈਰਾ ਸਾਰੇ ਅਫਗਾਨਿਸਤਾਨ ਦੁਕਾਨਾਂ ਖੁੱਲ੍ਹੀਆਂ ਛੱਡ ਕੇ ਚਲੇ ਜਾਂਦੇ ਆ। ਠੀਕ ਹੈ ਨਾ ਜੀ, ਕੋਈ ਦੁਕਾਨਾਂ ਨੂੰ ਤਾਲੇ ਤੋਲੇ ਨਹੀਂ ਲਾਉਂਦਾ। ਠੇਲੇ ਜਿਹੜੇ ਰੇਹੜੀਆਂ ਨੇ, ਫਲ ਫੁੱਲ ਰੱਖੇ ਨੇ, ਇਹਨਾਂ ਦੀ ਕੋਈ ਫਰਾਡ, ਹਰਾਮਜ਼ਦਗੀ, ਕੁੱਟ ਪਿਲ ਨਹੀਂ ਹੈ ਜਿਹੜੀ ਕਿ ਤੁਹਾਡੇ ਇੱਥੇ ਕੁੱਟ ਕੇ ਭਰੀ ਹੋਈ ਹੈ। ਤੁਹਾਡੇ ਤੇ ਇੱਥੇ ਮਤਲਬ ਈਵਨ ਅਮਰੀਕਾ ਵਗੈਰਾ 'ਚ ਵੀ ਮੈਂ ਦੇਖਿਆ ਆ ਕਿ ਚੋਰੀ ਚਕਾਰੀ ਦਾ। ਉਹ ਮੈਨੂੰ ਇੱਕ ਦੱਸੇ ਸਾਡੇ ਨੇਬਰ ਫੋਰਟਸ ਉਹਨਾਂ ਨੇ ਉਹ ਜਿਹੜੀਆਂ ਲਗਜ਼ਰੀ ਕਾਰਾਂ ਹੁੰਦੀਆਂ ਇਹ ਕੋਈ ਰੈਂਟ 'ਤੇ ਦੇਣ ਲਈ ਕੀਤਾ ਐਸੇ ਇੰਤਜ਼ਾਮ, ਅਤੇ ਉਹ ਚਾਰ ਉਹਨਾਂ ਦੀਆਂ ਗੱਡੀਆਂ ਕਰੋੜਾਂ ਦੀ ਮਾਲੀਅਤ ਦੀਆਂ ਉਹ ਕੋਈ ਕੱਢ ਕੇ ਲੈ ਗਏ ਕਾਲੇ ਹੈ ਜੀ। ਅਤੇ ਇਸ ਤਰ੍ਹਾਂ ਦੀ ਤੁਸੀਂ ਉਹਦੇ 'ਤੇ ਉਹਨਾਂ ਨੂੰ ਅਫਗਾਨਿਸਤਾਨ ਵਾਲਿਆਂ ਨੂੰ ਬਿਲਕੁਲ ਕ੍ਰੈਡਿਟ ਨਹੀਂ ਦਿੰਦੇ। ਕਮਾਲ ਹੈ ਜੀ ਕਿ ਮਤਲਬ ਇਨਸਾਫ ਹੈ, ਚੋਰੀ ਚਕਾਰੀ ਨਹੀਂ ਹੈ, ਸਿਕਿਉਰਿਟੀ ਹੈ। ਠੀਕ ਹੈ ਜੀ। ਔਰ ਪੋਪੀ ਡਰੱਗਸ ਦਾ ਕੋਈ ਨਹੀਂ ਕਰਨ ਦੇ, ਮਨੀ ਲਾਂਡਰਿੰਗ ਕੋਈ ਨਹੀਂ ਹੈ, ਬਦਮਾਸ਼ੀ, ਗੁੰਡਾਗਰਦੀ, ਇੱਕ ਨੈਚੁਰਲ ਟਰਾਈਬਲ ਸੈਟਿੰਗਸ, ਮੁਖਤਲਿਫ ਕਿਸਮ ਦੀਆਂ ਉੱਥੇ ਟਰਾਈਬਸ ਰਹਿੰਦੀਆਂ ਔਰ ਟਰਾਈਬਸ ਦਾ ਆਪਣਾ ਇੱਕ ਨਿਜ਼ਾਮ ਹੈ ਜਿਹਦੇ ਮੁਤਾਬਕ ਉਹ ਹੁਕੂਮਤ ਚਲਾ ਰਿਹਾ, ਜਿਹਦੇ ਮੁਤਾਬਕ ਇੱਕ ਕੁਦਰਤ ਦੇ ਮੁਤਾਬਕ ਵੀ ਉਹ ਕਾਫੀ ਹੱਦ ਤੱਕ ਚੱਲ ਰਹੇ ਨੇ। ਠੀਕ ਹੈ, ਉਹ ਆਪਣੇ ਰਿਲੀਜੀਅਸ ਬਿਲੀਵਸ, ਠੀਕ ਹੈ ਤੁਸੀਂ ਮੁਸਲਮਾਨ ਹੋਏ ਹੋ, ਇਸਲਾਮ ਲਿਆਂਦਾ ਹੈ, ਹੁਣ ਫਿਰ ਇਸਲਾਮ ਨੂੰ ਫੋਲੋ ਵੀ ਕਰੋ ਨਾ। ਇਹ ਨਹੀਂ ਹੁਣ ਆਪਣੀ ਮਰਜ਼ੀ ਦਾ ਇਸਲਾਮ ਕਿ ਜੀ ਔਰਤ ਵੀ ਨਮਾਜ਼ ਪੜ੍ਹਾ ਸਕਦੀ ਹੈ ਔਰ ਪਤਾ ਨਹੀਂ ਜੀ ਜਿਸ ਤਰ੍ਹਾਂ ਗਾਂਧੀ ਸਾਹਿਬ ਨੇ ਇਸਲਾਮ ਨੂੰ ਇੰਟਰੋਡਿਊਸ ਕੀਤਾ ਹੈ ਹਰ ਜਗ੍ਹਾ 'ਤੇ ਕਿ ਜੀ ਇਹ ਵੀ ਚੀਜ਼ ਇਸਲਾਮ 'ਚ ਅਲਾਊਡ ਹੈ, ਉਹ ਵੀ ਚੀਜ਼ ਇਸਲਾਮ 'ਚ ਅਲਾਊਡ ਹੈ। ਰਿਲੀਜਨ ਮੋਰਲਸ ਦਿੰਦੀਆਂ, ਇੱਕ ਰਿਲੀਜਨਸ ਇਖਲਾਕੀਆਤ, ਇੱਕ ਮੋਰਲ ਸੈਟਿੰਗਸ ਦਿੰਦੀਆਂ ਤੁਹਾਨੂੰ, ਨਥਿੰਗ ਬਿਯੋਂਡ ਦੈਟ ਐਕਸੈਪਟ ਇਖਲਾਕੀਆਤ। ਔਰ ਤੁਹਾਨੂੰ ਬਲਕਿ ਉਹ ਇੱਕ ਪ੍ਰਿਪੇਅਰ ਕਰਦੀਆਂ ਅਗਲੇ ਸਤ੍ਹਾ 'ਤੇ ਲਿਜਾਣ ਲਈ, ਅਗਲੇ ਸਟੇਟਸ 'ਤੇ ਲਿਜਾਣ ਲਈ, ਜਿਹੜਾ ਲਵ ਐਂਡ ਗ੍ਰੈਟੀਚਿਊਡ ਹੈ। ਠੀਕ ਹੈ ਜੀ, ਲਵ ਐਂਡ ਗ੍ਰੈਟੀਚਿਊਡ, ਮੁਹੱਬਤ ਔਰ ਸ਼ੁਕਰਗੁਜ਼ਾਰੀ ਜਿਹਦੀ ਬੁਨਿਆਦ ਹੈ, ਜਿਹਦੀ ਬੁਨਿਆਦ 'ਤੇ ਦੁਨੀਆ ਕਾਇਮ ਹੈ। ਔਰ ਅਸੀਂ ਸਾਰੇ
ਜਿਹੜੀ ਬੁਨਿਆਦ ਤੇ ਖੜੇ ਹੈ ਔਰ ਇਨਸਾਨੀਅਤ ਇਸ ਚੀਜ਼ ਤੇ ਕਾਇਮ ਹੈ ਔਰ ਕੁਦਰਤ ਦਾ ਸਾਰਾ ਨਿਜ਼ਾਮ ਕਾਇਨਾਤ ਦਾ ਰਕਸ ਕੌਸਮਿਕ ਡੈਂਸ ਇਹਦੇ ਤੇ ਹੈ। ਚਲੋ ਜੀ, ਅੱਜ ਤੁਹਾਨੂੰ ਕਾਫੀ ਨਜ਼ਾਰਾ ਵੀ ਮੈਂ ਕਰਾਤਾ ਇੱਥੋਂ ਟੌਪ ਤੋਂ, ਤੇ ਹੁਣ ਮੈਂ ਇਜਾਜ਼ਤ ਚਾਹਾਂਗਾ ਕੱਲ੍ਹ ਤੱਕ ਲਈ। ਅੱਲਾ ਨੇ